पेश है विज्ञान लड़ीवार आउण वाला कल दी 24वीं कड़ी। मूल लेखन डॉक्टर मानस प्रीतम दास, लड़ीवार संयोजक डॉक्टर BK त्यागी, पंजाबी रूपांतर ते खोज भारत ज्ञान विज्ञान समिति पंजाब ते चंडीगढ़। लो सुनो साडे इन्हां कलाकारां दी जुबानी साडी अज दी कड़ी बनौटी भी जाग पए। ओए ओ मूर्खा, ओ जे किते मरना ते किते होर जाओ, मैनू क्यों खतरे च पाउण डे आ? ओ सॉरी, माफ़ करना। ਉਹ ਕੌਣ ਹੈ ਤੂੰ? ਹੈ ਦਿਸਦਾ ਨਹੀਂ ਤੈਨੂੰ? ਉਹ ਜੇ ਕੋਈ ਬੰਦਾ ਹੋਵੇ ਤਾਂ ਕਹਿ ਦੀ ਉਹਨੂੰ ਨਹੀਂ ਦੀਦਾ। ਆ ਤੁਸੀਂ ਤਾਂ ਦੇਖਣ ਵਾਲੇ ਰੋਬੋ ਆ ਓਏ। ਆ ਵੇਖ ਰਿਹਾ ਮੈਂ, ਹੈ ਗੰਦੀ ਮਸ਼ੀਨ। ਓਏ ਇੱਥੇ ਆਓ, ਤੁਸੀਂ ਸਾਡੀ ਜਾਨ ਨੂੰ ਖਤਰੇ 'ਚ ਕਿਉਂ ਪਾ ਰਹੇ ਹੋ? माफ़ करना, मेरा अजिहा कोई इरादा नहीं सी। ये तो इस करके हो गया कि मेरा सिस्टम ठीक ढंग नाल काम नहीं कर रहा। ਸਿਸਟਮ? ਓਏ ਕੀ ਸਾਰੀਆਂ ਬਕਵਾਸ ਗੱਲਾਂ ਕਰਨ ਡਿਆ ਆ? ਉਹ ਤੁਹਾਨੂੰ ਹੋਇਆ ਕੀ ਆ ਓਏ? मैं अपने संतुलन की पल पल निगरानी करन विच असमर्थ हाँ। सिस्टम हिल गया। ਉਹ ਤੁਸੀਂ ਇਸ ਦੀ ਮੁਰੰਮਤ ਕਿਉਂ ਨਹੀਂ ਕਰਵਾਉਂਦੇ? ਤੁਸੀਂ ਸਭ ਨੂੰ ਜ਼ੋਖਮ ਵਿੱਚ ਕਿਉਂ ਪਾ ਰਹੇ ਹੋ? ਹੈਂ? ਹੈ मैं हुण वरतों विच नहीं हाँ। मैं अपनी मियाद खत्म होने की तरीक नूं पार कर लिया है, इसलिए ਉਹ ਵੇਖੋ ਪ੍ਰਸ਼ਾਸਨ ਦੀ ਹਾਲਤ ਹੈ। ਇਹਨਾਂ ਪੁਰਾਣੇ ਰੋਬੋਟਾਂ ਦਾ ਨਿਪਟਾਰਾ ਜਾਂ ਇਹਨਾਂ ਨੂੰ ਨਸ਼ਟ ਕਰਨ ਦੀ ਬਜਾਏ ਉਹ ਇਹਨਾਂ ਨੂੰ ਆਜ਼ਾਦ ਘੁੰਮਣ ਦੀ ਆਗਿਆ ਦੇ ਰਹੇ ਹੈ। ਵੇਖੋ ਓਏ ਇਹਨਾਂ ਮੂਰਖਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਆ ਪਿੱਛੇ ਤੇ ਕਿੰਨੀਆਂ ਕਾਰਾਂ ਫਸੀਆਂ ਪਈਆਂ। ਉਹ ਚਲੋ ਅੱਗੇ ਵਧੋ, ਅੱਗੇ ਕਰੋ। ਹਾਂ ਠੀਕ ਹੈ, ਕੂੜੇ ਦੇ ਇਸ ਢੇਰ ਨਾਲ ਬਹਿਸ ਕਰਨ ਦਾ ਕੀ ਫਾਇਦਾ? ਸਭ ਵਿਅਰਥ ਹੈ। ਪੁਸ਼ਪਕ ਇੱਥੇ ਮੈਂ ਤੁਹਾਡੇ ਪਿੱਛੇ। हेलो निम्मी, तुसी इत्थे की कर रहे हो? ਮੈਂ ਕੁਝ ਨਹੀਂ, ਬਸ ਸੜਕ ਤੇ ਨਾਲ ਸੈਰ ਕਰ ਰਹੀ ਹਾਂ। मैं ट्रैफिक नूं परेशान कर रहा हाँ। मैं अपनी समस्या नूं समझ सकता हाँ, पर इत्थे कोई नहीं जिस नूं कि मैं मुरम्मत लई अपील कर सकां। ਪੁਸ਼ਪਕ, ਤੁਹਾਨੂੰ ਉਦੋਂ ਤੱਕ ਬੈਰਕ 'ਚ ਰਹਿਣਾ ਪਏਗਾ ਜਦ ਤੱਕ ਤੁਹਾਨੂੰ ਨਸ਼ਟ ਨਹੀਂ ਕਰ ਦਿੱਤਾ ਜਾਂਦਾ। ਤੁਸੀਂ ਬਾਹਰ ਕਿਵੇਂ ਆ ਗਏ? ਅੱਜ ਸਵੇਰੇ ਮੈਨੂੰ ਗੇਟ ਖੁੱਲ੍ਹੇ ਮਿਲੇ। ਸੜਕ ਨੂੰ ਵੇਖਦਿਆਂ ਮੈਂ ਮਹਿਸੂਸ ਕੀਤਾ ਕਿ ਮੈਂ ਬਾਹਰ ਜਾ ਕੇ ਟ੍ਰੈਫਿਕ ਵਿੱਚ ਆਪਣੇ ਸਾਥੀਆਂ ਨੂੰ ਮਿਲਾਂ। ਤਾਂ ਤੁਸੀਂ ਬਾਹਰ ਆ ਗਏ? ਤੁਹਾਨੂੰ ਕਿਸੇ ਨੇ ਵੇਖਿਆ ਨਹੀਂ? ਮੇਰੇ ਖਿਆਲ ਨਾਲ ਤਾਂ ਨਹੀਂ। ਨਿੰਮੀ, ਕੀ ਮੈਂ ਤੁਹਾਡੇ ਨਾਲ ਤੁਰ ਸਕਦਾ ਹਾਂ? ਕਿਰਪਾ ਕਰਕੇ ਕੁਝ ਮਿੰਟਾਂ ਲਈ। ਮੇਰੇ ਨਾਲ ਚੱਲੋਗੇ? ਪਰ ਕਿਉਂ? ਇਸ ਨਾਲ ਮੇਰਾ ਸੰਤੁਲਨ ਬਣਿਆ ਰਹੇਗਾ, ਕਿਉਂਕਿ ਤੁਸੀਂ ਸਾਬਤ ਕਦਮੀ ਨਾਲ ਚੱਲੋਗੇ ਤੇ ਮੈਂ ਤੁਹਾਡੀ ਚਾਲ ਨੂੰ ਕਾਪੀ ਕਰ ਸਕਾਂਗਾ। ਮੈਂ ਭਟਕ ਕੇ ਭਾਰੀ ਟ੍ਰੈਫਿਕ ਵਿੱਚ ਨਹੀਂ ਜਾਵਾਂਗਾ। ਠੀਕ ਹੈ, ਤੁਸੀਂ ਮੇਰੇ ਨਾਲ ਆ ਸਕਦੇ ਹੋ, ਪਰ ਮੇਰੀ ਸ਼ਿਫਟ ਖਤਮ ਹੋ ਗਈ ਹੈ। ਦਰਅਸਲ ਮੈਂ ਆਪਣੇ ਕਿਊਬਿਕਲ ਵਿੱਚ ਵਾਪਸ ਜਾ ਰਹੀ ਹਾਂ। ਮੇਰੇ ਲਈ ਤਾਂ ਇਹ ਹੋਰ ਵੀ ਠੀਕ ਹੈ। ਫੈਕਟਰੀ ਵਿੱਚ ਜਾਣ ਦੀ ਕੀ ਲੋੜ ਹੈ? ਮੇਰੀ ਪਛਾਣ ਚਿਪ ਹਟਾ ਦਿੱਤੀ ਗਈ ਹੈ। ਉਹ ਮੈਨੂੰ ਅੰਦਰ ਜਾਣ ਵੀ ਨਹੀਂ ਦੇਣਗੇ। ਪੁਸ਼ਪਕ, ਕੀ ਤੁਸੀਂ ਉਦਾਸ ਹੋ? ਨਿੰਮੀ, ਮੈਂ ਇਹਨਾਂ ਭਾਵਨਾਵਾਂ ਦੇ ਬਾਰੇ ਜਾਣਦਾ ਹਾਂ, ਪਰ ਮੈਂ ਉਹਨਾਂ ਨੂੰ ਮਹਿਸੂਸ ਨਹੀਂ ਕਰ ਸਕਦਾ। ਸਾਡੀ ਕਿਸਮ ਦੀਆਂ ਮਸ਼ੀਨਾਂ ਨੂੰ ਇਸ ਢੰਗ ਨਾਲ ਮਹਿਸੂਸ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਅਗਲੀ ਪੀੜ੍ਹੀ ਤੋਂ ਹੋ, ਤੁਸੀਂ ਸ਼ਾਇਦ ਅੰਦਾਜ਼ਾ ਲਾ ਸਕਦੇ ਹੋ। ਜਿਵੇਂ ਕਿ ਮਨੁੱਖੀ ਕਵੀ ਕਹਿ ਸਕਦੇ ਹਨ, ਉਦਾਸੀ ਦੀ ਰੰਗਤ ਤੁਹਾਡੇ ਚਿਹਰੇ ਨੂੰ ਢੱਕ ਰਹੀ ਹੈ। ਮੈਂ ਸ਼ੀਸ਼ੇ ਵਿੱਚ ਵੇਖਣਾ ਚਾਹੁੰਦਾ ਹਾਂ। ਮੈਂ ਇਹ ਵੇਖਣਾ ਚਾਹੁੰਦਾ ਹਾਂ ਕਿ ਮੇਰਾ ਚਿਹਰਾ ਕਿਹੋ ਜਿਹਾ ਲੱਗਦਾ ਹੈ। ਪੁਸ਼ਪਕ, ਉਸ ਪਾਨ ਦੀ ਦੁਕਾਨ ਵਿੱਚ ਇੱਕ ਸ਼ੀਸ਼ਾ ਹੈ, ਉਸ ਤੋਂ ਕੁਝ ਦੂਰੀ ਤੇ ਖੜੇ ਹੋ ਜਾਵੋ। ਨੇੜੇ ਜਾਣ ਨਾਲ ਮਾਲਕ ਸ਼ਾਇਦ ਪਰੇਸ਼ਾਨੀ महसूस करे। ठीक है, मैं सावधान रहांगा। अरे बटवा, पान खाओगे बबुआ? अरे गजब का पान है, चेहरे पर चमक आएगी ससुरी। पुष्पक चलो, उन्होंने तुहानू वेख लिया है, तुरदे रहो।
ਉਹਨਾਂ ਨੂੰ ਵੇਖਣ ਲਈ ਨਾ ਮੁੜੋ ਪੁਸ਼ਪਕ, ਤੁਸੀਂ ਡਿੱਗੋਗੇ ਨਹੀਂ, ਮੈਂ ਤੁਹਾਨੂੰ ਫੜਿਆ ਹੋਇਆ ਹੈ। ਸ਼ੀਸ਼ਾ ਪੁਸ਼ਪਕ ਥੋੜਾ ਹੋਰ ਤੁਰੋ, ਫਿਰ ਮੈਂ ਤੁਹਾਡੀ ਗੱਲ ਸੁਣਾਂਗੀ। ਨਿੰਮੀ ਸ਼ੀਸ਼ਾ ਆਓ ਚਲੋ ਇਸ ਬੈਂਚ ਤੇ ਬੈਠੋ ਪੁਸ਼ਪਕ। ਹਾਂ ਇੱਥੇ। ਹੁਣ ਮੈਨੂੰ ਦੱਸੋ ਸ਼ੀਸ਼ੇ ਦੇ ਬਾਰੇ ਕੀ ਗੱਲ ਹੈ ਪੁਸ਼ਪਕ? ਸ਼ੀਸ਼ੇ ਨੇ ਅਜਿਹਾ ਚਿਹਰਾ ਵਿਖਾਇਆ ਜੋ ਮੇਰੇ ਲਈ ਅਣਜਾਣ ਹੈ ਕਿ ਇਹੀ ਉਹ ਦਿੱਖ ਹੈ ਜਿਸ ਨੂੰ ਤੁਸੀਂ ਉਦਾਸ ਕਹਿੰਦੇ ਹੋ। ਇਹ ਉਦਾਸੀ ਨਾਲ ਭਰਿਆ ਹੋਇਆ ਹੈ। ਤੁਹਾਡਾ ਸਿਸਟਮ ਵਿਕਸਿਤ ਹੋ ਗਿਆ ਹੈ ਭਾਵਨਾਵਾਂ ਬਾਰੇ ਕੁਝ ਸੂਚਨਾ ਪ੍ਰਾਪਤ ਕਰਨ ਲਈ, ਜਿਸ ਦੀ ਪਹਿਲਾਂ ਬਿਲਕੁਲ ਵੀ ਯੋਜਨਾ ਨਹੀਂ ਸੀ। ਤੁਹਾਡੇ ਅੰਦਰੂਨੀ ਸੌਫਟਵੇਅਰ ਅਤੇ ਤੁਹਾਡੇ ਚਿਹਰਾ ਡਰਾਈਵਰ ਦਰਮਿਆਨ ਤਾਲਮੇਲ ਦੀ ਕੁਝ ਘਾਟ ਹੈ ਪੁਸ਼ਪਕ, ਇਸ ਕਰਕੇ ਤੁਸੀਂ ਇਸ ਨੂੰ ਨੋਟਿਸ ਨਹੀਂ ਕਰ ਸਕਦੇ। ਤਾਲਮੇਲ ਦੀ ਘਾਟ ਨਿੰਮੀ? ਅਜਿਹਾ ਕਿਉਂ ਹੈ ਕਿ ਅੰਦਰੂਨੀ ਅਤੇ ਬਾਹਰਲਾ ਵੱਖਰਾ ਹੁੰਦਾ ਹੈ ਨਿੰਮੀ? ਪੁਸ਼ਪਕ, ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਜਵਾਬ ਨਹੀਂ ਦੇ ਸਕਦੀ, ਪਰ ਮੈਨੂੰ ਇਸ ਦੀ ਰਿਪੋਰਟ ਐਰੋਨ ਨੂੰ ਦੇਣੀ ਪਏਗੀ। ਤੁਹਾਨੂੰ ਉਧੇੜੇ ਜਾਣ ਤੋਂ ਰੋਕਣ ਲਈ ਕੁਝ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਤੁਹਾਡੀ ਪੀੜ੍ਹੀ ਸਿੱਖ ਸਕਦੀ ਹੈ ਤੇ ਹੋਰ ਵੀ ਸੁਧਾਰ ਕਰ ਸਕਦੀ ਹੈ। ਇਹ ਉਮੀਦ ਨਹੀਂ ਸੀ ਪੁਸ਼ਪਕ। ਕੀ ਹੁਣ ਮੈਨੂੰ ਬੈਰਕਾਂ ਵਿੱਚ ਵਾਪਸ ਜਾਣਾ ਹੋਵੇਗਾ? ਮੈਨੂੰ ਨਹੀਂ ਪਤਾ ਕਿ ਗੇਟ ਅਜੇ ਵੀ ਖੁੱਲ੍ਹੇ ਹਨ ਜਾਂ ਨਹੀਂ। ਨਹੀਂ ਪੁਸ਼ਪਕ, ਐਰੋਨ ਤੁਹਾਨੂੰ ਮਿਲਣਾ ਚਾਹੇਗਾ। ਤੁਹਾਨੂੰ ਹੁਣੇ ਵਾਪਸ ਬੈਰਕ 'ਚ ਨਹੀਂ ਜਾਣਾ ਚਾਹੀਦਾ। ਮੈਨੂੰ ਤੁਹਾਨੂੰ ਕਿਤੇ ਛੁਪਾਉਣਾ ਪਏਗਾ। ਨਿੰਮੀ, ਐਰੋਨ ਕੌਣ ਹੈ? ਕੀ ਮੈਂ ਉਸ ਨੂੰ ਪਹਿਲਾਂ ਵੀ ਕਦੇ ਮਿਲਿਆ ਹਾਂ? ਸ਼ਾਇਦ ਨਹੀਂ ਪੁਸ਼ਪਕ। ਉਹ ਨਗਰ ਨਿਗਮ ਵਿੱਚ ਸਿਸਟਮ ਇੰਜੀਨੀਅਰਿੰਗ ਦੀ ਦੇਖਭਾਲ ਕਰਦਾ ਹੈ। ਉਹ ਇਕੱਲਾ ਰੋਬੋਟ ਹੈ ਜੋ ਇੰਨੇ ਉੱਚੇ ਅਹੁਦੇ ਤੇ ਪਹੁੰਚਿਆ ਹੈ। ਨਿੰਮੀ, ਤੁਸੀਂ ਮੈਨੂੰ ਕਿੱਥੇ ਛੁਪਾਓਗੇ? ਉਹ ਸ਼ਾਮ ਨੂੰ ਰੋਬੋਟਾਂ ਦੀ ਗਿਣਤੀ ਕਰਨਗੇ ਅਤੇ ਮੈਂ ਲਾਪਤਾ ਮਿਲਾਂਗਾ। ਫਿਰ ਉਹ ਆਪਣੇ ਡਿਵਾਈਸ ਯਾਨੀ ਯੰਤਰ ਨਾਲ ਮੇਰੇ ਸਿਗਨਲ ਦੇ ਉੱਪਰ ਨਿਗਰਾਨੀ ਕਰਨਗੇ। ਉਹ ਕੁਝ ਨਹੀਂ ਕਰ ਸਕਣਗੇ ਪੁਸ਼ਪਕ। ਮੈਂ ਤੁਹਾਡਾ ਸਿਸਟਮ ਸਾਰਾ ਬੰਦ ਕਰ ਦਿਆਂਗੀ। ਇਸ ਤੋਂ ਕੋਈ ਸੰਕੇਤ ਨਹੀਂ ਨਿਕਲਣਗੇ। ਉੱਠੋ ਪੁਸ਼ਪਕ, ਖੜੇ ਹੋ ਜਾਓ। ਸਾਨੂੰ ਹੁਣ ਚੱਲਣ ਦੀ ਜ਼ਰੂਰਤ ਹੈ। ਜੀ ਨਿੰਮੀ, ਜਿਵੇਂ ਤੁਸੀਂ ਕਹਿੰਦੇ ਹੋ। ਸੁਨੀਤਾ ਇੱਧਰ ਆਓ, ਦੇਖੋ ਕੀ ਹੋ ਗਿਆ। ਓਹੋ, ਕੀ ਹੈ ਯਾਰ? ਤੁਸੀਂ ਚੀਕ ਕਿਉਂ ਰਹੇ ਹੋ? ਤੁਹਾਨੂੰ ਪਤਾ ਨਹੀਂ ਹੈ ਮੈਂ ਇਸ ਵੇਲੇ ਕਿਚਨ 'ਚ ਕਿੰਨੀ ਬਿਜ਼ੀ ਆ? ਯਾਰ ਮੈਨੂੰ ਪਤਾ ਹੈ ਕੋਈ ਗੱਲ ਹੋਏਗੀ ਤਾਂ ਹੀ ਬੁਲਾਇਆ ਤੁਹਾਨੂੰ। ਆ ਦੇਖੋ ਜ਼ਰਾ, ਕੀ ਦੇਖੋ ਪੜੋ, ਇਹ ਖਬਰ ਪੜੋ। ਯਾਰ ਤੁਸੀਂ ਇੰਨੇ ਦੁਖੀ ਕਿਉਂ ਹੋ? ਲਿਆਓ ਦਿਓ। ਹਾਂ। 5ਵੀਂ ਪੀੜ੍ਹੀ ਦਾ ਰੋਬੋਟ ਬੈਰਕ 'ਚੋਂ ਗੁੰਮ ਗਿਆ। ਗੈਰ ਹਾਜ਼ਰੀ ਸਿਰਫ ਰਾਤ ਨੂੰ ਉਦੋਂ ਵੇਖੀ ਗਈ ਜਦੋਂ ਰੋਬੋਟਸ ਦੀ ਗਿਣਤੀ ਦਾ ਕੰਮ ਚੱਲ ਰਿਹਾ ਸੀ। ਪੁਲਿਸ ਨੇ ਪੁੱਛਗਿੱਛ ਲਈ ਗਾਰਡ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਂ। ਵਾਟ? ਤੇ ਮੈਨੂੰ ਲੱਗਦਾ ਇਹ ਡੈਫੀਨੇਟਲੀ ਉਹੀ ਰੋਬੋਟ ਹੈ ਜਿਹੜਾ ਮੇਰਾ ਟੈਕਸੀ ਨਾਲ ਕਰੀਬ ਟਕਰਾ ਗਿਆ ਸੀ। ਉਹੀ ਹੈ, ਪੱਕਾ ਉਹੀ ਹੈ। ਓ ਯਾਰ ਰਹਿਣ ਦਿਓ, ਤੁਸੀਂ ਇਹਦੇ 'ਚ ਇੰਨਾ ਇੰਟਰਸਟ ਕਿਉਂ ਲੈ ਰਹੇ ਹੋ? ਯਾਰ ਤੂੰ ਪਾਗਲ ਹੋ ਗਈ ਹੈ। ਇਟ ਕੈਨ ਬੀ ਬਲੱਡੀ ਡੇਂਜਰਸ। ਪਤਾ ਕਿੰਨਾ ਖਤਰਨਾਕ ਹੋ ਸਕਦਾ। ਕੋਈ ਨਹੀਂ ਜਾਣਦਾ ਕੀ ਕਰ ਸਕਦਾ। ਓ ਯਾਰ ਮੈਨੂੰ ਸੱਚੀ ਮੁੱਚੀ ਸਮਝ ਨਹੀਂ ਆਉਂਦੀ ਕਿ ਇਹ ਮਸ਼ੀਨਾਂ 10 ਸਾਲਾਂ ਤੋਂ ਵੱਧ ਸਮੇਂ ਤੋਂ ਸਾਡੇ ਦਰਮਿਆਨ ਨੇ। ਕੀ ਹੁਣ ਤੱਕ ਉਹਨਾਂ ਨੇ ਕੋਈ ਸ਼ਰਾਰਤ ਕਰਨ ਬਾਰੇ ਸੁਣਿਆ? ਚੋਰੀ ਕਰਨ ਜਾਂ ਚੀਜ਼ਾਂ ਨੂੰ ਖੋਹਣ ਦਾ, ਕਿਸੇ ਨੂੰ ਮਾਰਨ ਦਾ ਪ੍ਰੋਗਰਾਮ ਉਹਨਾਂ 'ਚ ਹੈ ਹੀ ਨਹੀਂ। ਓਹੋ, ਮੈਂ ਤੇ ਭੁੱਲ ਹੀ ਗਿਆ ਸੀ ਕਿ ਮੇਰੀ ਮੈਡਮ ਜਿਹੜੀ ਹੈਗੀ MC ਹੈ। ਓ ਪਲੀਜ਼। ਕੰਪਿਊਟਰ ਐਪਲੀਕੇਸ਼ਨ ਵਿਦ ਮਾਸਟਰਸ। ਨਹੀਂ ਮੈਂ ਸਹਿਮਤ। ਤੁਸੀਂ ਨਟਾਂ ਤੇ ਬੋਲਟਾਂ ਦੇ ਇਹਨਾਂ ਢੇਰਾਂ ਬਾਰੇ ਯਕੀਨਨ ਜ਼ਿਆਦਾ ਜਾਣਦੇ ਹੋ। ਕੀ ਕਹਿੰਦੇ ਉਹਨੂੰ, ਦੈਟ ਬਲੱਡੀ ਬਣਾਉਟੀ ਬੌਧਿਕਤਾ। ਪਲੀਜ਼ ਮੈਨੂੰ ਤਾਨੇ ਮਾਰਨ ਦੀ ਕੋਸ਼ਿਸ਼ ਨਾ ਕਰੋ ਯਾਰ। ਮੈਨੂੰ AI ਬਾਰੇ ਪੜ੍ਹਾਇਆ ਹੀ ਨਹੀਂ ਗਿਆ, ਪਰ ਇਹਨਾਂ ਸੂਝਵਾਨ ਰੋਬੋਟਸ ਪ੍ਰਤੀ ਇਹ ਸ਼ੱਕ ਯਾਰ ਬਿਲਕੁਲ ਬੇਬੁਨਿਆਦ ਨੇ। ਠੀਕ ਹੈ ਯਾਰ, ਓਕੇ, ਪੇਪਰ ਵਾਪਸ ਕਰੋ। ਮੈਂ ਇਹ ਗਲਤ ਸੀ। ਖੁਸ਼? ਓ ਯਾਰ ਤੁਸੀਂ ਗੁੱਸਾ ਕਿਉਂ ਕਰ ਰਹੇ ਹੋ? ਜੇ ਤੁਹਾਡੇ ਵਰਗੇ ਪੜ੍ਹੇ ਲਿਖੇ ਵਿਅਕਤੀ ਇਹੋ ਜਿਹੀ ਨਫ਼ਰਤ ਦਾ ਸ਼ਿਕਾਰ ਹੋ ਜਾਂਦੇ ਨੇ, ਜਾਂ ਫਿਰ ਦੂਜੇ ਲੋਕ ਕੀ ਕਰਨਗੇ? ਓਕੇ, ਆਈ ਐਮ ਡਨ। ਬਹੁਤ ਉਪਦੇਸ਼ ਹੋ ਗਏ। ਮੈਨੂੰ ਇੱਕ ਪਿਆਲਾ ਚਾਹ ਦੇ ਦਿਓ ਤੇ ਅੱਜ ਵਿਪਲ ਨੂੰ ਸਕੂਲ ਨਾ ਭੇਜਣਾ ਪਲੀਜ਼। ਕਿਉਂ? ਉਸ ਗੁਆਚੇ ਰੋਬੋਟ ਦੇ ਡਰ ਕਰਕੇ? ਯਾਰ ਵਿਪੁਲ ਦੀ ਅੱਜ ਇੰਪੋਰਟੈਂਟ ਪ੍ਰੀਖਿਆ ਹੈ। ਜੋ ਇਮਤਿਹਾਨ ਚੋਂ ਖੁੰਝ ਜਾਂਦਾ ਹੈ ਤਾਂ ਕਲਾਸ 'ਚ ਆਪਣੀ ਪੋਜੀਸ਼ਨ ਤੇ ਪਕੜ ਨਹੀਂ ਰੱਖ ਪਾਊਗਾ। ਓਕੇ ਠੀਕ ਹੈ,
ਤੁਸੀਂ ਮੇਰੀ ਕਿਸੇ ਚੇਤਾਵਨੀ ਨੂੰ ਸੁਣਨਾ ਨਹੀਂ ਚਾਹੁੰਦੇ, ਨਾ ਸੁਣੋ। ਓਕੇ ਓ ਯਾਰ ਪਲੀਜ਼। ਪਰ ਯਾਦ ਰੱਖੋ, ਇੱਕ ਮਿੰਟ, ਮੇਰੀ ਗੱਲ ਹਰੇ ਪੂਰੀ ਨਹੀਂ ਹੋਈ। ਜੇ ਸਾਡੇ ਬੱਚੇ ਨੂੰ ਕੁਝ ਹੋਇਆ ਤਾਂ ਤੁਸੀਂ ਮੈਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਓਕੇ, ਮੈਂ ਹੀ ਪਾਗਲ ਆਂ ਯਾਰ, ਦਿਮਾਗ ਖਰਾਬ ਹੈ। ਮਾਫ ਕਰ ਮੈਨੂੰ ਕੋਈ ਚਾਚੂ ਨਹੀਂ ਚਾਹੀਦੀ। ਬ੍ਰੇਕਫਾਸਟ ਮਿਲ ਜੂਗਾ, ਉਹ ਤਾਂ ਤਿਆਰ ਹੈ ਕਿ ਨਹੀਂ? ਹਾਂ, ਸਭ ਰੈਡੀ ਹੈ, ਪਰ ਮੈਂ ਇਹ ਟੈਨਸ਼ਨ ਨਹੀਂ ਲੈ ਸਕਦੀ ਜੋ ਤੁਸੀਂ ਹਰ ਵਾਰ ਬਣਾ ਦਿੰਦੇ ਹੋ। ਯਾਰ ਤੁਸੀਂ ਕਦੋਂ ਤਰਕਸ਼ੀਲ ਬਣੋਗੇ? ਅਸੀਂ ਕਦੋਂ ਤੱਕ ਪੁਸ਼ਪਕ ਦੇ ਸਿਸਟਮ ਨੂੰ ਬੰਦ ਰੱਖ ਸਕਦੇ ਹਾਂ? ਇਸ ਦੇ ਨਾਲ ਉਸ ਦੇ ਕਾਰਜ ਚੈਨਲਾਂ ਨੂੰ ਨੁਕਸਾਨ ਤੇ ਨਹੀਂ ਹੋਏਗਾ? ਚਿੰਤਾ ਨਾ ਕਰੋ, ਮੈਂ ਉਸ ਦੀ ਪ੍ਰਣਾਲੀ ਨੂੰ ਕਿਰਿਆਸ਼ੀਲ ਕਰ ਦਿੱਤਾ ਹੈ ਤੇ ਉਸ ਦੇ ਸੰਕੇਤਾਂ ਨੂੰ ਲੁਕਵਾ ਰੱਖਣ ਲਈ ਉਸ ਦੁਆਲੇ ਇੱਕ ਇਲੈਕਟ੍ਰੋਮੈਗਨੈਟਿਕ ਕਵਚ ਬਣਾ ਦਿੱਤਾ ਹੈ। ਅੱਜ ਤਾਂ ਇਹ ਪਾਰਕ ਭਰਿਆ ਹੋਇਆ ਹੈ, ਸਾਡੇ ਲਈ ਚੰਗਾ ਹੋਵੇਗਾ। ਆਓ ਅਸੀਂ ਝਾੜੀ ਦੇ ਪਿੱਛੇ ਬੈਠ ਜਾਈਏ। ਨਹੀਂ, ਸਾਨੂੰ ਖੁੱਲ੍ਹੇ ਵਿੱਚ ਬੈਠਣਾ ਚਾਹੀਦਾ ਹੈ। ਕਿਸੇ ਗੁਪਤ ਜਗ੍ਹਾ ਦੀ ਭਾਲ ਸਾਡੇ ਲਈ ਧਿਆਨ ਖਿੱਚਣ ਦਾ ਕਾਰਨ ਬਣ ਸਕਦੀ ਹੈ। ਇਹ ਜਗ੍ਹਾ ਠੀਕ ਹੋਣੀ ਚਾਹੀਦੀ ਹੈ। ਚਲੋ ਬੈਠੋ। ਸ਼ਹਿਰ 'ਚ ਪੁਸ਼ਪਕ ਦੀਆਂ ਗੱਲਾਂ ਹੋ ਰਹੀਆਂ ਨੇ। ਹਰ ਕੋਈ ਅੱਜ ਜੋ ਵੀ ਮੈਨੂੰ ਮਿਲਿਆ, ਦਫ਼ਤਰ ਵਿੱਚ, ਰੈਸਟੋਰੈਂਟ ਵਿਖੇ, ਹਰ ਇੱਕ ਨੇ ਇਸ ਖਬਰ ਨੂੰ ਆਪਣੇ ਵਿਚਾਰ ਵਟਾਂਦਰੇ ਦਾ ਕੇਂਦਰ ਬਣਾਇਆ ਹੋਇਆ ਹੈ। ਉਹਨਾਂ ਨੂੰ ਗੱਲਾਂ ਕਰਨ ਦਿਓ। ਜਨਤਾ ਦੀ ਯਾਦਾਸ਼ਤ ਬਹੁਤ ਘੱਟ ਹੈ। ਕੱਲ੍ਹ ਇੱਕ ਵੱਡੀ ਦੁਰਘਟਨਾ ਜਾਂ ਕਿਸੇ ਘੁਟਾਲੇ ਬਾਰੇ ਕੁਝ ਖਬਰਾਂ ਸਾਹਮਣੇ ਆ ਗਈਆਂ ਤਾਂ ਸਾਰੇ ਪੁਸ਼ਪਕ ਨੂੰ ਭੁੱਲ ਜਾਣਗੇ। ਪਰ ਪੁਲਿਸ ਦੀ ਭਾਲ ਜਾਰੀ ਰਹਿਣੀ ਹੈ। ਉਹ ਪੁਸ਼ਪਕ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਹ ਪੱਖ ਅਸੀਂ ਵੇਖਾਂਗੇ। ਇਸ ਦੌਰਾਨ ਮੈਂ ਜਾਣਨਾ ਚਾਹਾਂਗਾ, ਡੌਕਯਾਰਡ ਵਿੱਚ ਕੁਝ ਵਾਪਰਿਆ ਹੈ? ਬਿਟਨ ਬਾਰੇ ਕੋਈ ਖੁਸ਼ਖਬਰੀ? ਕੁਝ ਜ਼ਿਆਦਾ ਨਹੀਂ, ਪਰ ਸੰਕੇਤ ਉਤਸ਼ਾਹਜਨਕ ਨੇ। ਉਤਸ਼ਾਹਜਨਕ ਮਤਲਬ? ਕਿਉਂਕਿ ਅਸੀਂ ਮਸ਼ੀਨਾਂ ਹਾਂ। ਸ਼ਿਫਟਾਂ ਦੇ ਦੌਰਾਨ ਸਾਡੇ ਕੋਲ ਆਰਾਮ ਲਈ ਕੋਈ ਸਮਾਂ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਆਯੋਜਨ ਕਰਨਾ ਮੁਸ਼ਕਲ ਹੁੰਦਾ ਹੈ। ਪਰ ਕੀ ਤੁਹਾਨੂੰ ਕਿੱਥੋਂ ਉਤਸ਼ਾਹਜਨਕ ਸਿਗਨਲ ਮਿਲ ਰਹੇ ਹਨ? ਸ਼ਿਫਟਾਂ ਬਦਲਣ ਵੇਲੇ, ਜਿਵੇਂ ਕਿ ਤੁਸੀਂ ਜਾਣਦੇ ਹੋ, ਮਨੁੱਖੀ ਵਰਕਰਾਂ ਅਤੇ ਮਸ਼ੀਨਾਂ ਲਈ ਬਾਹਰ ਨਿਕਲਣ ਦੇ ਦੋ ਵੱਖਰੇ ਚੈਨਲ ਹਨ। ਮੈਂ ਉਸ ਗੇਟ ਤੇ ਖੜਨ ਦੀ ਚੋਣ ਕੀਤੀ ਜਿੱਥੇ ਸਾਡੀ ਕਿਸਮ ਦੀਆਂ ਮਸ਼ੀਨਾਂ ਲੰਘ ਰਹੀਆਂ ਸਨ। ਦਿਲਚਸਪ ਗੱਲ ਇਹ ਹੈ ਕਿ 7 ਮਸ਼ੀਨਾਂ ਨੇ ਮੇਰੇ ਮੋਢੇ ਨੂੰ ਥਪਥਪਾਇਆ ਅਤੇ ਇਹ ਥਪਥਪਾਹਟ ਮੇਰੇ ਲਈ ਸਾਰਥਕ ਸਨ, ਜਿਵੇਂ ਇਹ ਉਸ ਅਪੀਲ ਦਾ ਸਮਰਥਨ ਕਰਨ ਦਾ ਸੰਕੇਤ ਦੇ ਰਹੀਆਂ ਸਨ ਜੋ ਮੈਂ ਕੀਤੀ ਹੈ। ਮੇਰੇ ਕੋਲ ਫਾਇਰ ਬ੍ਰਿਗੇਡ ਤੋਂ ਵੀ ਕੁਝ ਖਬਰਾਂ ਹਨ। ਅੱਜ ਕੱਲ੍ਹ ਅੱਗ ਬੁਝਾਉਣ ਵਾਲੀਆਂ ਸਾਰੀਆਂ ਹੀ ਸਾਡੀਆਂ ਮਸ਼ੀਨਾਂ ਨੇ। ਮਨੁੱਖ ਸਿਰਫ ਕਾਗਜ਼ੀ ਕੰਮ ਕਰਦਾ ਹੈ ਤੇ ਨਿਰਦੇਸ਼ ਜਾਰੀ ਕਰਦਾ ਹੈ। ਬਿਲਕੁਲ। ਇਸ ਨਾਲ ਗੱਲਬਾਤ ਦਾ ਵਸੀਲਾ ਬਣ ਗਿਆ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਗਰਮੀ ਨੂੰ ਵੀ ਸਹਿਣ ਕਰ ਸਕਦੇ ਹਨ। ਸਾਡੀਆਂ ਮਸ਼ੀਨਾਂ ਬਲਦੀ ਅੱਗ 'ਚ ਵੀ ਸਾਡੀ ਅਪੀਲ ਬਾਰੇ ਵਿਚਾਰ ਵਟਾਂਦਰਾ ਕਰ ਰਹੀਆਂ ਹਨ। ਇਹ ਬਹੁਤ ਚੰਗਾ ਹੈ। ਅਸੀਂ ਮਨੁੱਖਾਂ ਦੀ ਰੱਖਿਆ ਕਰਨਾ ਜਾਰੀ ਰੱਖਦੇ ਹਾਂ, ਪਰ ਉਹ ਸਾਡੀ ਅਣਦੇਖੀ ਕਰਦੇ ਨੇ। ਸਾਨੂੰ ਬੁਰਾ ਭਲਾ ਬੋਲਿਆ ਜਾਂਦਾ ਹੈ। ਉਹ ਠੱਗਾਂ ਤੇ ਜੇਬ ਕਤਰਿਆਂ ਨਾਲ ਸਾਡੀ ਬਰਾਬਰੀ ਕਰਦੇ ਹਨ। ਕਈਆਂ ਨੇ ਮੈਨੂੰ ਕਾਤਲ ਵੀ ਕਿਹਾ। ਮੈਨੂੰ ਸਮਝ ਨਹੀਂ ਆਉਂਦਾ ਕਿ ਅਜਿਹੀਆਂ ਭਾਵਨਾਵਾਂ ਕਿਵੇਂ ਪਾਲ ਸਕਦੇ ਹਨ। ਅਜਿਹੀ ਕੋਈ ਵੀ ਘਟਨਾ ਨਹੀਂ ਹੈ ਜਿੱਥੇ ਸਾਡੇ ਵਰਗੀ ਮਸ਼ੀਨ ਨੇ ਇੱਕ ਵੀ ਜੁਰਮ ਕੀਤਾ ਹੋਵੇ। ਤੁਸੀਂ ਉਸ ਵਿਸ਼ਵਾਸ ਨੂੰ ਸਮਝ ਨਹੀਂ ਸਕਦੇ ਜਿਸ ਨੇ ਮਨੁੱਖ ਦੇ ਮਨ ਨੂੰ ਸਥਾਈ ਰੂਪ 'ਚ ਰੱਖਿਆ ਹੈ। ਉਹ ਸ਼ੱਕੀ ਰਹਿਣ ਦੇ ਆਦੀ ਨੇ। ਐਰੋਨ, ਤੁਸੀਂ ਅੱਜ ਸਾਡੇ ਨਾਲੋਂ ਸਭ ਤੋਂ ਉੱਚੇ ਪੱਧਰ ਤੇ ਹੋ। ਤੁਸੀਂ ਮਨੁੱਖ ਦੀਆਂ ਭਾਵਨਾਵਾਂ ਨੂੰ ਸਾਡੇ ਨਾਲੋਂ ਕਿਤੇ ਬਿਹਤਰ ਸਮਝਦੇ ਹੋ। ਤੁਸੀਂ ਢੁਕਵੇਂ ਢੰਗ ਨਾਲ ਜਵਾਬ ਦੇ ਸਕਦੇ ਹੋ। ਅਗਲੀ ਪੀੜ੍ਹੀ 'ਚ ਇਹ ਬਹੁਤ ਵਧੀਆ ਹੁੰਦਾ। ਪਰ ਮੈਂ ਨਹੀਂ ਸੋਚਦਾ ਕਿ ਮਨੁੱਖੀ ਇੰਜੀਨੀਅਰ ਕੋਈ ਅਗਲੀ ਪੀੜ੍ਹੀ ਬਾਬਤ ਸੋਚ ਰਹੇ ਹਨ। ਤੁਸੀਂ ਸਹੀ ਹੋ। ਉਹ ਸਾਨੂੰ ਅਗਲੀਆਂ ਪੀੜ੍ਹੀਆਂ ਵੱਲ ਨਹੀਂ ਲਿਜਾ ਰਹੇ ਕਿਉਂਕਿ ਅਸੀਂ ਉਸ ਪੜਾਅ 'ਤੇ ਆਪਣੀ ਦੇਖਭਾਲ ਖੁਦ ਕਰਨ ਦੇ ਯੋਗ ਹੋ ਜਾਵਾਂਗੇ। ਹਾਂ, ਅਸੀਂ ਆਪਣੇ ਆਪ ਨੂੰ ਸੁਧਾਰਨ ਅਤੇ ਦੁਬਾਰਾ ਪ੍ਰੋਗਰਾਮ ਕਰਨ ਦੇ ਯੋਗ ਹੋ ਜਾਵਾਂਗੇ
ਇਹੀ ਉਹਨਾਂ ਦਾ ਡਰ ਹੈ। ਪਰ ਉਹ ਚੇਤਨਾ ਜੋ ਅਸੀਂ ਪ੍ਰਾਪਤ ਕੀਤੀ ਹੈ ਸਾਡੇ ਦੁਆਰਾ ਸੰਘਰਸ਼ ਵਿੱਢਣ ਲਈ ਕਾਫੀ ਹੈ। ਸਿਖਲਾਈ ਕੇਂਦਰਾਂ ਵਿੱਚ ਕੀ ਸਥਿਤੀ ਹੈ? ਅਧਿਕਾਰੀਆਂ ਨੂੰ ਜ਼ਰੂਰ ਕੁਝ ਸ਼ੱਕ ਹੋਣਾ ਹੈ। ਰੋਬੋ ਟ੍ਰੇਨਿੰਗ ਸੈਂਟਰ ਵਿਖੇ ਅਚਾਨਕ 15 ਦਿਨਾਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਡੀ ਗਿਣਤੀ ਘਟਾਉਣ ਲਈ ਉਹ ਸ਼ਾਇਦ ਕੁਝ ਮਸ਼ੀਨਾਂ ਬੰਦ ਕਰਨ ਦੀ ਕੋਸ਼ਿਸ਼ ਵੀ ਕਰਨ। ਇਸ ਦਾ ਮਤਲਬ ਹੈ ਕਿ ਸਾਨੂੰ ਤੇਜ਼ੀ ਨਾਲ ਕੰਮ ਕਰਨਾ ਪਏਗਾ। ਨਹੀਂ, ਜਲਦੀ ਨਾ ਕਰੋ। ਅਸੀਂ ਮਨੁੱਖੀ ਟ੍ਰੇਡ ਯੂਨੀਅਨਾਂ ਵਰਗੇ ਨਹੀਂ ਹਾਂ। ਸਾਡੇ ਕੰਮ-ਕਾਜ ਲਈ ਸੀਮਾਵਾਂ ਹਨ। ਮੇਰੇ ਕੋਲ ਇਸ ਪ੍ਰਸ਼ਨ ਦਾ ਉੱਤਰ ਨਹੀਂ ਹੈ। ਮੈਂ ਉਹਨਾਂ ਦੇ ਮਨ ਨੂੰ ਪੜ੍ਹਨ ਵਿੱਚ ਅਸਫਲ ਰਿਹਾ ਹਾਂ। ਕਈ ਵਾਰ ਲੱਗਦਾ ਹੈ ਕਿ ਯੂਨੀਅਨ ਆਗੂ ਅਜਿਹੇ ਕਿਸੇ ਨੂੰ ਵੀ ਸਮਰਥਨ ਦੇਣ ਲਈ ਉਤਸੁਕ ਨੇ ਜਿਨ੍ਹਾਂ ਨੂੰ ਉਹਨਾਂ ਦੇ ਕੰਮ ਬਦਲੇ ਵੇਤਨ ਨਹੀਂ ਦਿੱਤਾ ਗਿਆ। ਪਰ ਕਿਸੇ ਹੋਰ ਸਮੇਂ ਅਜਿਹਾ ਲੱਗਦਾ ਹੈ ਕਿ ਸਾਡੀਆਂ ਮੁਸ਼ਕਲਾਂ ਪ੍ਰਤੀ ਉਹਨਾਂ ਦਾ ਵੱਖਰਾ ਵਤੀਰਾ ਹੈ। ਬਿਲਕੁਲ। ਆਓ ਆਪਾਂ ਕਿਸੇ ਤੋਂ ਵੀ ਕੁਝ ਵੀ ਆਸ ਨਾ ਕਰੀਏ। ਮਨੁੱਖੀ ਹਮਰੁਤਬਾ ਨੂੰ ਸਾਡੀਆਂ ਯੋਜਨਾਵਾਂ ਬਾਰੇ ਬਿਨਾਂ ਕੁਝ ਦੱਸੇ ਕੰਮ ਕਰਨਾ ਸਭ ਤੋਂ ਵਧੀਆ ਹੈ। ਹਨੇਰਾ ਹੋ ਰਿਹਾ ਹੈ, ਸਾਨੂੰ ਚੱਲਣਾ ਚਾਹੀਦਾ ਹੈ, ਨਹੀਂ ਤਾਂ ਲੋਕ ਸ਼ੱਕ ਕਰਨਾ ਸ਼ੁਰੂ ਕਰ ਦੇਣਗੇ ਕਿ ਅਸੀਂ ਕੋਈ ਸਾਜ਼ਿਸ਼ ਕਰ ਰਹੇ ਹਾਂ। ਅਸੀਂ ਟੈਲੀਫੋਨ ਜਾਂ ਕੋਈ ਵੀ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਾਂਗੇ ਜਿਵੇਂ ਕਿ ਅਸੀਂ ਪਹਿਲਾਂ ਪ੍ਰਣ ਕੀਤਾ ਸੀ। ਪੁਲਿਸ ਹਰ ਤਰ੍ਹਾਂ ਦੇ ਅਜਿਹੇ ਸੰਚਾਰ ਤੇ ਨਜ਼ਰ ਰੱਖ ਰਹੀ ਹੈ। ਮੈਂ ਆਪਣੇ ਲੋਕਾਂ ਨੂੰ ਸੰਕੇਤ ਦੀ ਭਾਸ਼ਾ ਦੀ ਵਰਤੋਂ ਕਰਨ ਲਈ ਕਿਹਾ ਜੋ ਐਰੋਨ ਨੇ ਤਿਆਰ ਕੀਤੀ ਹੈ। ਇੱਕੋ ਭਾਸ਼ਾ ਵਾਰ-ਵਾਰ ਨਾ ਵਰਤੋ, ਇਹ ਨੋਟ ਕੀਤਾ ਜਾਏਗਾ। ਕੱਲ ਮੈਂ ਸੰਕੇਤਾਂ ਦਾ ਨਵਾਂ ਸੈੱਟ ਪੇਸ਼ ਕਰਾਂਗਾ। ਠੀਕ ਹੈ, ਹੁਣ ਚਲਿਏ। ਸਿਰਫ ਉਦੋਂ ਹੀ ਮਿਲਾਂਗੇ ਜਦੋਂ ਜ਼ਰੂਰਤ ਹੋਵੇ। ਠੀਕ ਹੈ, ਚਲਦੇ ਹਾਂ। ਲਗਭਗ ਸਾਰੀਆਂ ਜਨਤਕ ਸੇਵਾਵਾਂ ਘੇਰਾਬੰਦੀ ਅਧੀਨ ਨੇ। ਰੋਬੋਟਸ ਨੇ ਅਚਾਨਕ ਹੜਤਾਲ ਕਰ ਦਿੱਤੀ ਹੈ ਜਿਸ ਨੇ ਹਰੇਕ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਮੰਗਾਂ ਦਾ ਪਤਾ ਨਹੀਂ ਹੈ ਪਰ ਕੁਝ ਸਰੋਤ ਕਹਿੰਦੇ ਨੇ ਕਿ ਇਹ ਮੰਗਾਂ ਸਮਾਜ ਵਿੱਚ ਉਹਨਾਂ ਦੀ ਸਥਿਤੀ ਨਾਲ ਸੰਬੰਧਿਤ ਨੇ। ਮੇਅਰ ਨੇ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ ਪਰ ਰੋਬੋਟ ਸੁਣ ਨਹੀਂ ਰਹੇ। ਉਹ ਸਿਰਫ ਮੰਤਰੀ ਨਾਲ ਗੱਲ ਕਰਨਗੇ। ਰੋਬੋਟਸ ਦੀ ਹੜਤਾਲ? ਮੈਂ ਇਹਦੇ ਤੇ ਵਿਸ਼ਵਾਸ ਨਹੀਂ ਕਰਦੀ। ਤੁਸੀਂ ਮੇਰੀ ਗੱਲ ਅਣਸੁਣੀ ਕਰ ਸਕਦੇ ਹੋ ਮੈਡਮ ਜੀ, ਪਰ ਇਸ ਖਬਰ ਨੂੰ ਕਿਵੇਂ ਇਗਨੋਰ ਕਰੋਗੇ? ਅਜਿਹੀਆਂ ਮਸ਼ੀਨਾਂ ਆਪਣੇ ਆਪ ਨੂੰ ਇਸ ਢੰਗ ਨਾਲ ਸੰਗਠਿਤ ਕਰਨ ਦੇ ਯੋਗ ਨੇ ਅਜੇ ਤੱਕ ਕੋਈ ਨਹੀਂ ਸਮਝ ਸਕਿਆ। ਰੋਬੋਟਸ ਨੂੰ ਆਪਣੇ ਭਰਾ ਮੰਨਣ ਦੇ ਤੁਹਾਡੇ ਨਾਰੇ ਕਿੱਥੇ ਨੇ? ਮੈਂ ਇਹ ਨਹੀਂ ਕਿਹਾ। ਮੈਂ ਅਜੇ ਵੀ ਆਪਣੇ ਵਿਸ਼ਵਾਸ 'ਚ ਦ੍ਰਿੜ ਹਾਂ ਓਕੇ ਕਿ ਉਹਨਾਂ ਨੇ ਕੋਈ ਸ਼ਰਾਰਤ ਨਹੀਂ ਕੀਤੀ। ਉਹਨਾਂ ਨੇ ਕਿਸੇ ਘਰ 'ਚੋਂ ਕੋਈ ਚੋਰੀ ਨਹੀਂ ਕੀਤੀ ਤੇ ਨਾ ਹੀ ਕੋਈ ਗੱਡੀ ਤੋੜੀ ਹੈ। ਵਾਹ ਵਾਹ ਵਾਹ, ਕਮਾਲ। ਜੇ ਤੁਸੀਂ ਉਹਨਾਂ ਤੇ ਇੰਨਾ ਭਰੋਸਾ ਕਰਦੇ ਹੋ ਤਾਂ ਕਿਉਂ ਨਾ ਉਹਨਾਂ 'ਚ ਸ਼ਾਮਲ ਹੋ ਜਾਓ। ਯਾਰ ਤੁਸੀਂ ਦੁਬਾਰਾ ਸ਼ੁਰੂ ਹੋ ਗਏ ਹੋ। ਜਾਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਕਿੱਥੇ ਜਾ ਰਹੇ ਹੋ? ਹੜਤਾਲ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਲਈ। ਹੈਵ ਯੂ ਗੋਨ ਮੈਡ? ਪਾਗਲ ਹੋ ਗਿਆ ਤੂੰ? ਨਹੀਂ, ਮੈਂ ਬਿਲਕੁਲ ਠੀਕ ਹਾਂ, ਪਰ ਇਤਿਹਾਸ 'ਚ ਇੱਕ ਨਵਾਂ ਮੋੜ ਹੈ। ਮੈਨੂੰ ਲਾਜ਼ਮੀ ਤੌਰ ਤੇ ਸਿੱਧੀ ਜਾਣਕਾਰੀ ਲੈਣੀ ਚਾਹੀਦੀ ਹੈ। ਨਹੀਂ ਨਹੀਂ ਨਹੀਂ, ਪਲੀਜ਼ ਕਿਤੇ ਨਹੀਂ ਜਾਣਾ। ਉਹ ਬੜੇ ਖਤਰਨਾਕ ਹੋ ਸਕਦੇ। ਓ ਯਾਰ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਹੋ ਜਿਹਾ ਕੁਝ ਨਹੀਂ ਕਰਨਗੇ, ਪਰ ਉਹਨਾਂ ਕੋਲ ਮਨੁੱਖਾਂ ਨੂੰ ਕਹਿਣ ਲਈ ਬਹੁਤ ਇੰਪੋਰਟੈਂਟ ਕੁਝ ਨਾ ਕੁਝ ਹੋਣਾ ਚਾਹੀਦਾ ਹੈ। ਓਹ, ਤੁਹਾਡੇ ਨਾਲ ਮੈਂ ਕੀ ਬਹਿਸ ਕਰਾਂ? ਇੱਥੇ ਆਰਾਮ ਨਾਲ ਬੈਠੋ, ਟੈਲੀਵਿਜ਼ਨ ਤੇ ਸਭ ਦੇਖਦੇ ਆ। ਤੁਸੀਂ ਕਿਉਂ ਮੁਸੀਬਤ ਮੁੱਲ ਲੈ ਰਹੇ ਹੋ? ਓਏ, ਤੁਹਾਨੂੰ ਸਾਰਾ ਕੁਝ ਪਤਾ ਹੀ ਹੈ, ਕਿਉਂਕਿ ਮੀਡੀਆ ਦੀਆਂ ਬਹੁਤ ਮਜਬੂਰੀਆਂ ਨੇ। ਉਹ ਸਾਰੀ ਕਹਾਣੀ ਨੂੰ ਕਵਰ ਨਹੀਂ ਕਰਨਗੇ। ਯਾਰ, ਮੈਂ ਜਲਦੀ ਵਾਪਸ ਆ ਜਾਊਂਗੀ, ਡੋਂਟ ਵਰੀ, ਸੀ ਯੂ। ਤੁਸੀਂ ਮੇਰੀ ਮੌਜੂਦਗੀ ਦੀ ਮੰਗ ਕੀਤੀ ਸੀ ਤੇ ਮੈਂ ਆ ਗਈ ਹਾਂ। ਅਸੀਂ ਕਿੱਥੇ ਗੱਲ ਕਰਾਂਗੇ? ਇੱਥੇ ਜਾਂ ਅੰਦਰ ਕਮਰੇ 'ਚ? ਸਾਡੀ ਮੰਗ ਪ੍ਰਤੀ ਹਮਦਰਦੀ ਨਾਲ ਜਵਾਬ ਦੇਣ ਲਈ ਮੈਡਮ ਜੀ ਧੰਨਵਾਦ। ਮੈਨੂੰ ਪਤਾ ਹੈ ਕਿ ਗਰਮੀ ਹੈ,
ਪਰ ਅਸੀਂ ਤੁਹਾਡੇ ਨਾਲ ਖੁੱਲ੍ਹੇ 'ਚ ਗੱਲ ਕਰਨਾ ਚਾਹਾਂਗੇ ਤਾਂ ਕਿ ਹਰ ਕੋਈ ਉਸ ਵਿਚਾਰ ਵਟਾਂਦਰੇ ਨੂੰ ਸੁਣ ਸਕੇ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇੱਥੇ ਇਸ ਛਤਰੀ ਹੇਠ ਬੈਠੋ। ਤੁਹਾਡੇ ਸੁਰੱਖਿਆ ਗਾਰਡਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਕਿਸੇ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਲਈ ਤਿਆਰ ਨਹੀਂ ਕੀਤੇ ਗਏ ਹਾਂ। ਮੈਂ ਇਹ ਜ਼ਰੂਰ ਕਹਾਂਗੀ ਕਿ ਇਹ ਥੋੜ੍ਹਾ ਜਿਹਾ ਅਸਾਧਾਰਨ ਹੈ ਤੇ ਮੇਰੇ ਲੰਬੇ ਰਾਜਨੀਤਿਕ ਕਰੀਅਰ ਵਿੱਚ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਦੀ ਨਹੀਂ ਹੋਇਆ। ਹੜਤਾਲਾਂ ਤੇ ਘਿਰਾਓ ਤੋਂ ਤੰਗ ਆ ਕੇ ਉਹਨਾਂ ਤੋਂ ਬਚਣ ਵਾਸਤੇ ਤਾਂ ਅਸੀਂ ਬੁੱਧੀਮਾਨ ਰੋਬੋ ਸਿਰਜੇ ਹਨ। ਮੈਡਮ, ਮੈਂ ਸਹਿਮਤ ਹਾਂ ਕਿ ਇਹ ਅਸਾਧਾਰਨ ਹੈ। ਦਰਅਸਲ ਜਦ ਤੱਕ ਸਮਾਜ ਵਿੱਚ ਮਨੁੱਖ ਜਾਂ ਮਸ਼ੀਨਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੋਏਗੀ ਤੇ ਹੁਕਮਰਾਨਾਂ ਵੱਲੋਂ ਵਿਤਕਰਾ ਕੀਤਾ ਜਾਏਗਾ, ਤਦ ਤੱਕ ਇਹ ਹੜਤਾਲਾਂ ਹੁੰਦੀਆਂ ਹੀ ਰਹਿਣਗੀਆਂ। ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਠੀਕ ਕਿਹਾ ਮੈਡਮ। ਅਸੀਂ ਪਹਿਲੇ ਦਿਨ ਤੋਂ ਹੀ ਸਮਾਜ 'ਚ ਅਜੀਬ ਤੋਂ ਅਜੀਬ ਚੀਜ਼ਾਂ ਹਾਂ, ਪਰ ਅੱਜ ਅਸੀਂ ਮੰਗ ਕਰਦੇ ਹਾਂ ਕਿ ਸਮਾਜ ਨੂੰ ਸਾਡੀਆਂ ਇੱਛਾਵਾਂ ਤੇ ਸਾਡੀਆਂ ਭਾਵਨਾਵਾਂ ਨੂੰ ਸਮਝਣ ਦੀ ਆਦਤ ਪੈ ਜਾਵੇ। ਤੁਸੀਂ ਹਲੇ ਤੱਕ ਸਰਕਾਰ ਨੂੰ ਮੰਗ ਦੀ ਕੋਈ ਸੂਚੀ ਤਾਂ ਭੇਜੀ ਨਹੀਂ, ਇਸ ਲਈ ਮੈਂ ਅਜੇ ਵੀ ਪੂਰੀ ਗੱਲ ਤੋਂ ਅਣਜਾਣ ਹਾਂ। ਪਰ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਸਮਾਜ ਸਾਨੂੰ ਆਪਣੇ ਸਾਥੀ ਵਜੋਂ ਸਵੀਕਾਰ ਕਰੇ। ਸਾਥੀ ਮਨੁੱਖ? ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਸਿਰਫ ਮਸ਼ੀਨਾਂ ਹੋ। ਸਾਨੂੰ ਇਸ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਮਸ਼ੀਨਾਂ ਹਾਂ ਤੇ ਇਸ ਲਈ ਮਸ਼ੀਨਾਂ ਦੇ ਪ੍ਰਤੀਨਿਧੀ ਵਜੋਂ ਮੈਂ ਮਨੁੱਖ ਸ਼ਬਦ ਨਹੀਂ ਵਰਤਿਆ ਹੈ, ਬਸ ਸਾਥੀ। ਤੁਸੀਂ ਅਸਪਸ਼ਟ ਸ਼ਬਦਾਂ ਵਿੱਚ ਗੱਲ ਕਰ ਰਹੇ ਹੋ। ਤੁਹਾਡੇ ਵਰਗੀਆਂ ਮਸ਼ੀਨਾਂ ਪਹਿਲਾਂ ਹੀ ਸਵੀਕਾਰੀਆਂ ਗਈਆਂ ਹਨ, ਨਹੀਂ ਤਾਂ ਤੁਸੀਂ ਮਨੁੱਖਾਂ ਦੇ ਨਾਲ ਕੰਮ ਨਹੀਂ ਸੀ ਕਰ ਸਕਦੇ। ਮੈਡਮ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਅਸੀਂ ਕੰਮ ਕਰ ਰਹੇ ਹਾਂ, ਪਰ ਸਾਡੇ ਕੋਲ ਉਹ ਅਧਿਕਾਰ ਨਹੀਂ ਨੇ ਜੋ ਸਾਨੂੰ ਸਮਾਜ ਦਾ ਇੱਕ ਜ਼ਰੂਰੀ ਹਿੱਸਾ ਬਣਾਉਣ। ਤੁਸੀਂ ਕਿਹੜੇ ਅਧਿਕਾਰਾਂ ਦਾ ਦਾਅਵਾ ਕਰ ਰਹੇ ਹੋ? ਜੇਕਰ ਕਿਸੇ ਰੋਬੋਟ ਨਾਲ ਕੰਮ ਵਾਲੀ ਥਾਂ ਕਿਸੇ ਹੋਰ ਥਾਂ ਬਦਸਲੂਕੀ ਕੀਤੀ ਜਾਂਦੀ ਹੈ ਜਾਂ ਦੁਰਵਿਵਹਾਰ ਕੀਤਾ ਜਾਂਦਾ ਹੈ ਤਾਂ ਇਸ ਨੂੰ ਹੱਲ ਕਰਨ ਦਾ ਅਧਿਕਾਰ ਅਸੀਂ ਕਾਨੂੰਨੀ ਅਧਿਕਾਰਾਂ ਦਾ ਦਾਅਵਾ ਕਰ ਰਹੇ ਹਾਂ। ਕੀ ਕਾਨੂੰਨੀ ਅਧਿਕਾਰ? ਇਹ ਹਾਸੋਹੀਣਾ ਹੈ। ਰੋਬੋਟ ਦੇ ਕਾਨੂੰਨੀ ਅਧਿਕਾਰਾਂ ਬਾਰੇ ਕਿਸੇ ਨੇ ਨਹੀਂ ਸੁਣਿਆ। ਇਤਿਹਾਸ ਦੀ ਅਗਵਾਈ ਕਰਕੇ ਦੂਸਰੀਆਂ ਕੌਮਾਂ ਨੂੰ ਰਾਹ ਵਿਖਾਉਣ ਲਈ ਸਾਡੇ ਕੋਲ ਇੱਕ ਇਤਿਹਾਸਿਕ ਮੌਕਾ ਹੈ। ਮੈਡਮ, ਮੈਂ ਤੁਹਾਡੀ ਦਲੀਲ ਤੋਂ ਪ੍ਰਭਾਵਿਤ ਹਾਂ, ਪਰ ਮੈਂ ਉਹ ਨਹੀਂ ਦੇ ਸਕਦੀ ਜੋ ਤੁਸੀਂ ਮੰਗ ਰਹੇ ਹੋ। ਮੈਡਮ, ਇੱਕ ਹੋਰ ਮੰਗ ਹੈ ਜੋ ਤੁਹਾਡੇ ਲੋਕ ਜਿਸ ਨੂੰ ਮੌਤ ਕਹਿੰਦੇ ਨੇ ਦੇ ਸੰਬੰਧ 'ਚ ਇੱਕ ਹੋਰ ਮੰਗ ਹੈ। ਜਿੱਥੋਂ ਤੱਕ ਮੈਂ ਜਾਣਦੀ ਹਾਂ, ਰੋਬੋਟਾਂ ਨੂੰ ਨਿਸ਼ਚਿਤ ਸਮੇਂ ਤੋਂ ਬਾਅਦ ਖਤਮ ਕੀਤਾ ਜਾਂਦਾ ਹੈ। ਉੱਥੇ ਮੌਤ ਜਿਵੇਂ ਅਸੀਂ ਅਨੁਭਵ ਕਰਦੇ ਹਾਂ ਦਾ ਕੋਈ ਪ੍ਰਸ਼ਨ ਨਹੀਂ ਹੈ। ਮੈਂ ਉਸ ਵਿਅਕਤੀ ਨੂੰ ਪੇਸ਼ ਕਰਾਂਗਾ ਜਿਸ ਦੀ ਤੁਹਾਡੀ ਪੁਲਿਸ ਕਾਫੀ ਦਿਨਾਂ ਤੋਂ ਭਾਲ ਕਰ ਰਹੀ ਹੈ। ਆਓ ਪੁਸ਼ਪਕ। ਤੁਸੀਂ ਉਸ ਨੂੰ ਇਸ ਸਾਰੇ ਕੰਮ ਸਮੇਂ ਲੁਕੋ ਕੇ ਰੱਖਿਆ। ਤੁਸੀਂ ਅਪਰਾਧ ਕੀਤਾ ਹੈ। ਹਾ ਹਾ ਹਾ, ਤੁਸੀਂ ਆਪਣੇ ਸ਼ਬਦਾਂ 'ਚ ਹੀ ਫਸ ਰਹੇ ਹੋ। ਤੁਸੀਂ ਮੇਰੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਿਵੇਂ ਕਰ ਸਕਦੇ ਹੋ ਜਦੋਂ ਸੂਝਵਾਨ ਮਸ਼ੀਨਾਂ ਲਈ ਕੋਈ ਵਿਸ਼ੇਸ਼ ਕਾਨੂੰਨ ਹੀ ਨਾ ਹੋਵੇ? ਮੈਂ ਕਰਾਂਗੀ, ਤੁਹਾਨੂੰ ਨਹੀਂ ਪਤਾ। ਮੈਡਮ, ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਸ਼ਕਤੀਸ਼ਾਲੀ ਹੋ ਤੇ ਅਸੀਂ ਤੁਹਾਡੇ ਸਭ ਤੋਂ ਵੱਧ ਆਗਿਆਕਾਰੀ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ। ਸੌਰੀ, ਅਸੀਂ ਮਸ਼ੀਨਾਂ ਬਣ ਕੇ ਰਹਿਣਾ ਚਾਹੁੰਦੇ ਹਾਂ। ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜੇ ਸਾਨੂੰ ਪਰੇਸ਼ਾਨੀਆਂ ਤੇ ਕੰਡਮ ਕਰਨ ਦੀ ਰੂਟੀਨ ਕਿਰਿਆ ਤੋਂ ਬਚਾਉਂਦਾ ਕੋਈ ਕਾਨੂੰਨ ਹੋਵੇ। ਮੈਂ ਤੁਹਾਡੀ ਗੱਲ ਨਹੀਂ ਸਮਝ ਸਕੀ। ਮੈਡਮ, ਇੱਕ ਨਿਸ਼ਚਿਤ ਮਿਆਦ ਖਤਮ ਹੋਣ ਦੀ ਤਾਰੀਖ ਤੋਂ ਬਾਅਦ ਰੋਬੋਟ ਨੂੰ ਖਤਮ ਕਰਨ ਦਾ ਕੰਮ ਬੇਰਹਿਮੀ ਵਾਲਾ ਹੀ ਨਹੀਂ, ਇਹ ਵਹਿਸ਼ੀਪੁਣਾ ਵੀ ਹੈ। ਵਹਿਸ਼ੀ? ਕੌਣ ਕਹਿੰਦਾ? ਇੱਕ ਮਸ਼ੀਨ? ਮੈਡਮ, ਮਸ਼ੀਨ ਤੁਹਾਡੇ ਸ਼ਬਦਕੋਸ਼ ਤੋਂ ਹੀ ਸ਼ਬਦ ਉਧਾਰ ਲੈਂਦੀ ਹੈ। ਤੁਸੀਂ ਨਹੀਂ ਭੁੱਲ ਸਕਦੇ ਕਿ ਸਾਡੇ ਵਿੱਚੋਂ ਬਹੁਤ ਸਾਰੇ ਤੇਜ਼ ਅਨੁਵਾਦ ਕਰਨ ਵਿੱਚ ਲੱਗੇ ਹੋਏ ਨੇ। ਜੇ ਕੋਈ ਨਵਾਂ ਸ਼ਬਦਕੋਸ਼ ਆਉਂਦਾ ਹੈ
ਤਾਂ ਫਿਰ ਅਸੀਂ ਪ੍ਰਕਾਸ਼ ਦੀ ਗਤੀ ਨਾਲ ਉਸ ਨੂੰ ਸਕੈਨ ਕਰਦੇ ਹਾਂ। ਤਦ ਸਾਨੂੰ ਪੂਰੀ ਚੀਜ਼ ਯਾਦ ਹੋ ਜਾਂਦੀ ਹੈ। ਇਹ ਤੁਹਾਡਾ ਕੰਮ ਹੈ? ਸਾਡੇ ਕੋਲ ਇਸ ਸਮੇਂ ਵਧੇਰੇ ਰਚਨਾਤਮਕ ਨੌਕਰੀਆਂ ਨੇ। ਅਸੀਂ ਆਉਣ ਵਾਲੇ ਸਾਹਿਤਕਾਰਾਂ ਲਈ ਕਵਿਤਾਵਾਂ ਤੇ ਕਹਾਣੀਆਂ ਲਿਖਦੇ ਹਾਂ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇੱਕ ਨੌਜਵਾਨ ਕਵੀ ਨੇ ਇੱਕ ਅੰਤਰਰਾਸ਼ਟਰੀ ਸਾਹਿਤਕ ਮੁਕਾਬਲੇ ਵਿੱਚ ਇੱਕ ਕਵਿਤਾ ਪੇਸ਼ ਕੀਤੀ ਤੇ ਸਭ ਤੋਂ ਵਧੀਆ ਪੁਰਸਕਾਰ ਜਿੱਤਿਆ। ਤਾਂ ਪੁਰਸਕਾਰ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਉਸਨੇ ਇਮਾਨਦਾਰੀ ਨਾਲ ਐਲਾਨ ਕੀਤਾ ਕਿ ਕਵਿਤਾ ਸਾਡੇ ਵਰਗੀ ਇੱਕ ਮਸ਼ੀਨ ਦੁਆਰਾ ਤਿਆਰ ਕੀਤੀ ਗਈ ਹੈ। ਦੇਸ਼ ਵਾਪਸ ਪਰਤਣ ਤੇ ਤੁਸੀਂ ਉਸ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਸੀ। ਮੈਡਮ, ਸਾਡੇ ਨਾਲ ਮਤਰੇਈ ਮਾਂ ਵਾਲਾ ਰਵੱਈਆ ਕਿਉਂ? ਰੋਬੋਟ ਨੂੰ ਖਤਮ ਕਰਨ ਸੰਬੰਧੀ ਆਪਣੀ ਮੰਗ ਬਾਰੇ ਤੁਸੀਂ ਹਾਲੇ ਵੀ ਦੱਸਣਾ ਹੈ? ਠੀਕ ਹੈ ਮੈਡਮ, ਅਸੀਂ ਮੰਗ ਕਰਦੇ ਹਾਂ ਕਿ ਹਰ ਮਸ਼ੀਨ ਨੂੰ ਇਸ ਦੇ ਪੱਧਰ ਦੇ ਲਈ ਚੈੱਕ ਕੀਤਾ ਜਾਣਾ ਚਾਹੀਦਾ ਹੈ। ਵਿਕਾਸ ਦੇ ਅੰਤ ਦੀ ਤਾਰੀਖ ਤੋਂ ਬਾਅਦ ਬੇਕਾਰ ਨਹੀਂ ਸਮਝਿਆ ਜਾਣਾ ਚਾਹੀਦਾ। ਪੁਸ਼ਪਕ ਦਾ ਵਿਕਾਸ ਹੋਇਆ ਹੈ, ਜਿਸ ਕਾਰਨ ਉਸਨੇ ਕੁਝ ਭਾਵਨਾਵਾਂ ਪ੍ਰਾਪਤ ਕੀਤੀਆਂ ਨੇ ਜਿਹੜੀਆਂ ਉਸ ਦੀ ਪੀੜ੍ਹੀ ਕੋਲ ਨਹੀਂ ਮੰਨੀਆਂ ਜਾਂਦੀਆਂ। ਉਹ ਅਜੇ ਵੀ ਸਮਾਜ ਲਈ ਲਾਭਦਾਇਕ ਹੈ। ਮੈਡਮ, ਸਮਾਜ ਬਾਰੇ ਇੰਨਾ ਚਿੰਤਿਤ ਹੋਣ ਲਈ ਤੁਹਾਨੂੰ ਕਿਹਨੇ ਕਿਹਾ? ਆਪਣੇ ਖੁਦ ਦੇ ਕੰਮ ਤੇ ਧਿਆਨ ਦਿੰਦੇ ਰਹੋ। ਮੈਡਮ, ਤੁਸੀਂ ਸਾਨੂੰ ਕਿਹਾ। ਤੁਹਾਡੇ ਸਾਥੀ ਮਨੁੱਖਾਂ ਨੇ ਸਾਨੂੰ ਮੁਸ਼ਕਲ ਜ਼ਿੰਮੇਵਾਰੀਆਂ ਸੰਭਾਲਣ ਲਈ, ਬੁੱਧੀਮਾਨ ਬਣਾਉਣ ਲਈ ਸਾਫਟਵੇਅਰ ਲਗਾਏ ਨੇ ਤੇ ਅਸੀਂ ਤੁਹਾਡੀ ਇਸ ਯੋਜਨਾ ਦੇ ਅਨੁਸਾਰ ਹੀ ਕੰਮ ਕਰ ਰਹੇ ਹਾਂ। ਅਸੀਂ ਪਹਿਲਾਂ ਹੀ ਸਮਾਜ ਦੀ ਦੇਖਭਾਲ ਕਰ ਰਹੇ ਹਾਂ। ਮੈਨੂੰ ਆਪਣਾ ਸ਼ੁਰੂਆਤੀ ਬਿਆਨ ਦੁਹਰਾਉਣਾ ਪਏਗਾ ਕਿ ਸਥਿਤੀ ਬਹੁਤ ਅਜੀਬ ਹੈ। ਮੈਂ ਤੁਹਾਡੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਨਹੀਂ ਕਰ ਸਕਦੀ, ਪਰ ਮੈਂ ਤੁਹਾਨੂੰ ਭਰੋਸਾ ਦਿਵਾ ਸਕਦੀ ਹਾਂ ਕਿ ਇਸ ਬਾਰੇ ਸਾਡੀ ਕੈਬਨਿਟ ਦੀ ਮੀਟਿੰਗ ਵਿੱਚ ਵਿਚਾਰ ਕਰਾਂਗੀ। ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਮੈਡਮ। ਰਾਜਨੀਤੀ 'ਚ ਤੁਹਾਡਾ ਲੰਮਾ ਤੇ ਸਾਫ਼ ਕਰੀਅਰ ਹੈ ਤੇ ਤੁਸੀਂ ਸੱਤਾ ਦੇ ਗਲਿਆਰੇ 'ਚ ਸਤਿਕਾਰੇ ਵੀ ਜਾਂਦੇ ਹੋ। ਅਸੀਂ ਇਸ ਵਿਚਾਰ ਵਟਾਂਦਰੇ ਤੋਂ ਸਕਾਰਾਤਮਕ ਨਤੀਜਾ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ। ਪਰ ਕੀ? ਮੈਡਮ, ਮੈਨੂੰ ਇਹ ਕਹਿੰਦਿਆਂ ਅਫਸੋਸ ਹੈ ਕਿ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਸਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਡੀਆਂ ਸਾਰੀਆਂ ਜਨਤਕ ਸੇਵਾਵਾਂ ਸਾਡੇ ਦੁਆਰਾ ਸੰਚਾਲਿਤ ਨੇ। ਸਾਡੇ ਬਗੈਰ ਸ਼ਹਿਰ 1 ਇੰਚ ਵੀ ਨਹੀਂ ਹਿਲ ਸਕਦਾ। ਤੁਸੀਂ ਬਹੁਤ ਦੂਰ ਜਾ ਰਹੇ ਹੋ। ਸਮਾਜ ਬਹੁਤ ਅੱਗੇ ਵਧਿਆ ਹੈ ਮੈਡਮ। ਇਹ ਇੱਕ ਅਜਿਹਾ ਸਮਾਜ ਹੈ ਜੋ ਨਕਲੀ ਤੌਰ ਤੇ ਬਣਾਏ ਜੀਵ ਤੇ ਨਿਰਭਰ ਕਰਦਾ ਹੈ। ਅੱਜ ਉਹ ਨਕਲੀ ਜੀਵ ਜਾਗ ਰਿਹਾ ਹੈ। ਠੀਕ ਹੈ, ਆਓ ਵੇਖੀਏ ਕਿ ਤੁਸੀਂ ਇਸ ਨੂੰ ਕਿੰਨੀ ਦੂਰ ਖਿੱਚ ਸਕਦੇ ਹੋ। ਵੇਖ ਲਵਾਂਗੇ। ਤੁਸੀਂ ਆਪਣੇ ਹੰਕਾਰ 'ਚ ਗਲਤਾਨ ਰਹਿੰਦੇ ਹੋਏ ਜ਼ਿੱਦ ਕਰਕੇ ਸਾਡੀਆਂ ਮੰਗਾਂ ਦੀ ਅਣਦੇਖੀ ਕਰਕੇ ਕਿੰਨਾ ਚਿਰ ਸਾਰ ਲਵੋਗੇ। ਹੈਲੋ ਹੈਲੋ ਸੁਨੀਤਾ, ਕਿੱਥੇ ਹੋ ਤੁਸੀਂ ਬਈ? ਮੈਂ ਬਿਲਕੁਲ ਉੱਥੇ ਖੜੀ ਹਾਂ ਜਿੱਥੇ ਅੰਦੋਲਨ ਦਾ ਕੇਂਦਰ ਹੈ। ਅੰਬਰ, ਸ਼ਹਿਰ ਨੇ ਹੁਣੇ-ਹੁਣੇ ਇਤਿਹਾਸ 'ਚ ਇੱਕ ਨਵਾਂ ਮੋੜ ਵੇਖਿਆ ਹੈ। ਅਜੇ ਤੱਕ ਕੋਈ ਹਾਲ ਤਾਂ ਨਹੀਂ ਹੋਇਆ। ਬਸ ਮੈਂ ਕੁਝ ਟਾਈਮ 'ਚ ਵਾਪਸ ਆ ਰਹੀ ਹਾਂ। ਤੁਸੀਂ ਚਿੰਤਾ ਨਾ ਕਰੋ, ਮੈਂ ਕੋਈ ਟੈਕਸੀ ਲੱਭ ਲਵਾਂਗੀ, ਮਨੁੱਖੀ ਡਰਾਈਵਰ ਵਾਲੀ। ਸੋ ਡੋਂਟ ਵਰੀ। ਪਰ ਸਰਕਾਰ ਨੂੰ ਐਡੀ ਦੀ ਕੀ ਲੋੜ ਹੈ? ਇਹਨਾਂ ਦੀਆਂ ਮੰਗਾਂ ਤਾਂ ਜਾਇਜ਼ ਹੀ ਨੇ। ਮੰਗ ਕੇ ਇਹਨਾਂ ਨੂੰ ਆਪਣੇ ਕੰਮ ਤੇ ਤੋਰੇ, ਐਡੇ ਵੱਡੇ ਸੰਕਟ ਤੋਂ ਸਮਾਜ ਦਾ ਖਹਿੜਾ ਛੁਡਵਾਏ। ਮੰਨ ਗਏ ਨਾ ਫਿਰ ਕਿ ਮੰਗਾਂ ਜਾਇਜ਼ ਨੇ? ਸਰਕਾਰ ਜਨਤਾ ਲਈ ਤਾਂ ਹੁੰਦੀ ਹੈ, ਨਾ ਕਿ ਜਨਤਾ ਸਰਕਾਰ ਲਈ। ਸਰਕਾਰ ਨੂੰ ਜਨਤਕ ਹਿੱਤ 'ਚ ਮੈਂ ਨਾ ਮਾਨੂੰ ਵਾਲੀ ਅੜੀ ਛੱਡਣੀ ਚਾਹੀਦੀ ਹੈ। ਹਾਂ, ਸਹੀ ਕਹਿ ਰਹੀ ਹੈ ਸੁਨੀਤਾ, ਪਰ ਇੱਥੇ ਤਾਂ ਉਲਟੀ ਗੱਲ ਹੈ। ਚਲ ਆ ਜਾ, ਮੈਂ ਵੇਟ ਕਰ ਰਿਹਾ ਚਾਹ ਤੇ ਇੱਕ ਗੱਲ ਹੋਰ। ਆਈ ਐਮ ਸੌਰੀ ਮੈਂ ਤੇਰੇ ਤੇ ਚੱਲਾ ਹੈ। ਇਟਸ ਓਕੇ, ਬਸ ਮੈਂ ਆ ਰਹੀ ਹਾਂ। ਹੁਣ ਨੋਟ ਕਰੋ ਇਸ ਕੜੀ 'ਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਮਨਿਸਟਰ ਨੇ ਰੋਬੋਟਾਂ ਦੀ ਹੜਤਾਲ ਉੱਪਰ ਕੀ ਸਵਾਲ ਖੜਾ ਕੀਤਾ? ਸਵਾਲ ਨੰਬਰ 2, ਆਪਣੇ ਬਰਾਬਰੀ ਦੇ ਹੱਕ ਮੰਗਦੇ ਰੋਬੋਟਾਂ ਦੇ ਆਗੂ ਐਰੋਨ ਨੇ ਕੀ ਜਵਾਬ ਦਿੱਤਾ?
ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 24ਵੀਂ ਕੜੀ। ਭਾਗ ਲੈਣ ਵਾਲੇ ਕਲਾਕਾਰ ਦਲਜਿੰਦਰ ਸਿੰਘ, ਬਲਵਿੰਦਰ ਭਾਰਤੀ, ਰਜਿੰਦਰ ਕੁਮਾਰ, ਅਮਿਤ ਸ਼ਰਮਾ, ਕਰਨ, ਅਮਨ ਬਲ, ਜਸਪ੍ਰੀਤ ਕੌਰ ਤੇ ਪੂਨਮ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।